Hello, student. Today we will discuss the next topic motion in plane with the uniform velocity. ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਯੂਨੀਫਾਰਮ ਵੈਲੋਸਿਟੀ ਬਾਰੇ ਪੜ੍ਹਿਆ ਹੋਇਆ ਲਾਸਟ ਯੂਨਿਟ ਦੇ ਵਿੱਚ ਵੀ ਯੂਨੀਫਾਰਮ ਵੈਲੋਸਿਟੀ ਹੁੰਦੀ ਕੀ ਹੈ ਉਹ ਹੁੰਦੀ ਹੈ ਜਿਹਦੇ ਵਿੱਚ ਡੈਫੀਨੇਸ਼ਨ ਲਿਖੀ ਹੋਈ ਹੈ if it suffer equal displacement in equal interval of time ਜਦੋਂ ਕੋਈ ਬੋਡੀ ਇਕੁਅਲ ਡਿਸਪਲੇਸਮੈਂਟ ਨੂੰ ਇਕੁਅਲ ਇੰਟਰਵਲ ਆਫ ਟਾਈਮ ਦੇ ਵਿੱਚ ਕਵਰ ਕਰਦੀ ਆ then we say that they have uniform velocity ਸੋ ਨੈਕਸਟ ਆ ਜਾਂਦਾ ਆਪਣਾ ਇਹਦੇ ਵਿੱਚ ਦਾ ਆਪਾਂ ਨੇ ਐਕਸਪ੍ਰੈਸ਼ਨ ਡਰਾਈਵ ਕਰਨਾ ਉਹਨੇ ਆਪਾਂ ਨੇ x y ਪਲੇਨ ਲਿਆ x y ਪਲੇਨ ਲੈ ਕੇ ਆਪਾਂ ਨੇ ਦੱਸਿਆ ਕਿ ਭਾਈ ਪਹਿਲਾਂ ਆਬਜੈਕਟ r1 ਪੋਜੀਸ਼ਨ ਤੇ ਆ ਫਿਰ ਆਬਜੈਕਟ r2 ਪੋਜੀਸ਼ਨ ਆ ਉਹਨਾਂ ਦਾ ਟਾਈਮ ਦੱਸਤਾ ਜਦੋਂ r1 ਪੋਜੀਸ਼ਨ ਤੇ ਆ ਤੁਹਾਨੂੰ ਟਾਈਮ ਲੱਗ ਰਿਹਾ t1 ਜਦੋਂ ਉਹ r2 ਪੋਜੀਸ਼ਨ ਤੇ ਆ ਤਾਂ ਉਹਨੂੰ ਟਾਈਮ ਲੱਗ ਰਿਹਾ ਹੈ t2 ਸੋ ਇਹਦਾ ਡਿਸਪਲੇਸਮੈਂਟ ਕਿੰਨਾ ਹੋਊਗਾ ਪਾਰਟੀਕਲ ਦਾ ਉਸ ਟਾਈਮ ਇੰਟਰਵਲ ਦੇ ਵਿਚਕਾਰ t2 t1 ਦੇ ਵਿਚਕਾਰ ਉਹ ਆਪਾਂ ਨੇ ਲਿਖ ਲਿਆ ਫਾਈਂਡ ਕੀਤਾ ਉਹ ਆ ਗਿਆ ਡੈਲਟਾ r ਵੈਕਟਰ ਇਜ਼ ਇਕੁਅਲ ਟੂ r2 r1 ਵੈਕਟਰ ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਡਿਸਪਲੇਸਮੈਂਟ ਵੈਕਟਰ ਉਹਦਾ ਫਿਰ ਇਹ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਹੈ we use formula of velocity we know that velocity is displacement upon time so displacement ਸੀ ਆਪਣੀ r2 ਵੈਕਟਰ r1 ਵੈਕਟਰ ਤੇ ਟਾਈਮ ਇੰਟਰਵਲ ਸੀ t2 t1 ਹੁਣ ਮੈਂ ਇੱਕ ਇੱਥੇ ਸਿਚੁਏਸ਼ਨ ਅਪਲਾਈ ਕੀਤੀ ਆ ਵਾਲੀ ਕਹਿੰਦਾ ਕਿ if ਟਾਈਮ ਜਿਹੜਾ t1 ਆ ਉਹ 0 ਆ ਤੇ ਟਾਈਮ t2 ਆ ਉਹ t ਆ ਤਾਂ ਜਿਹੜਾ ਅਤੇ r1 ਨੂੰ ਮੈਂ ਮੰਨ ਲਿਆ r0 ਤੇ r2 ਨੂੰ ਲੈ ਲਿਆ ਆਪਾਂ ਨੇ r ਇਹ ਸਾਰੀਆਂ ਸਿਚੁਏਸ਼ਨਾਂ ਨੂੰ ਮੈਂ ਇਸ ਇਕੁਏਸ਼ਨ ਦੇ ਵਿੱਚ ਸਬਸਟੀਟਿਊਟ ਕੀਤਾ ਤਾਂ ਕੀ ਆ ਗਿਆ v is equal to r vector minus r0 vector upon t minus 0 ਸੋ ਇੱਥੋਂ ਇਹਨੂੰ ਫਿਰ ਆਪਾਂ ਨੇ ਸਿੰਪਲੀਫਾਈ ਕਰਨਾ ਸੋ r vector minus r0 is equal to v t cross multiply ਕੀਤਾ ਮੈਂ v into t ਆ ਗਿਆ ਤਾਂ ਇੱਥੋਂ r ਵੈਕਟਰ ਆ ਗਿਆ ਆਪਣਾ r0 ਵੈਕਟਰ ਪਲੱਸ v into t ਸੋ ਇਹਨੂੰ ਮਾਰਕ ਕਰਤਾ ਮੈਂ ਇਕੁਏਸ਼ਨ ਨੰਬਰ 1 ਫਿਰ ਆਪਾਂ ਨੇ ਇਹਦੇ ਵਿੱਚ ਜਿਹੜੇ ਇਹਦੇ ਰੈਕਟੈਂਗੂਲਰ ਕੰਪੋਨੈਂਟ ਹੁੰਦੇ ਆ r ਵੈਕਟਰ ਦੇ r0 ਵੈਕਟਰ ਦੇ ਤੇ ਵੈਲੋਸਿਟੀ ਦੇ ਉਹ ਸਬਸਟੀਟਿਊਟ ਕਰ ਦੇਣੇ ਆ ਦੇਖੋ ਪਹਿਲਾਂ ਮੈਂ ਲਿਖਿਆ r ਵੈਕਟਰ ਦਾ ਰੈਕਟੈਂਗੂਲਰ ਕੰਪੋਨੈਂਟ ਫਿਰ r0 ਦਾ ਫਿਰ ਵੈਲੋਸਿਟੀ ਦਾ ਇਹਨਾਂ ਨੂੰ ਪੁੱਟ ਕਰਾਂਗੇ ਇਹਦੇ ਵਿੱਚ ਆਫਟਰ ਪੁੱਟਿੰਗ ਆਪਣੇ ਕੋਲ ਆ ਇਕੁਏਸ਼ਨ ਬਣ ਜੂ ਫਿਰ ਨੈਕਸਟ ਮੋਟਿਵ ਹੁੰਦਾ ਆਪਣੇ ਇਹਦੇ ਵਿੱਚ we compare the coefficient of i cap and j cap ਜਦੋਂ ਆਪਾਂ i cap ਤੇ j cap ਦੇ ਕੋਐਫੀਸ਼ੀਐਂਟ ਨੂੰ ਕੰਪੇਅਰ ਕੀਤਾ ਤਾਂ x ਦੀ ਵੈਲਿਊ ਕੀ ਆ ਗਈ x is equal to x0 plus vxt and y is equal to y0 plus y into t ਠੀਕ ਹੈ ਦੋ ਇਕੁਏਸ਼ਨਾਂ ਆਈਆਂ these equations said that these equations represent just said that uniform motion along x-axis and y-axis ਜਿਹੜੀਆਂ ਇਕੁਏਸ਼ਨਾਂ ਦੱਸਦੀਆਂ ਕਿ ਇਹ ਯੂਨੀਫਾਰਮ ਮੋਸ਼ਨ ਆਇਆ ਆਪਣਾ along x-axis and y-axis ਹੁਣ ਇਹਦੇ ਵਿੱਚ ਇੱਕ ਇੰਪੋਰਟੈਂਟ ਟੌਪਿਕ ਆ ਜਾਂਦਾ ਹੈ ਕਿ ਜਿਹੜਾ ਉਹ ਪਾਥ ਟਰੈਵਲ ਕਰਦੀ ਹੈ ਉਹਦੀ ਇਕੁਏਸ਼ਨ ਕੀ ਹੋਵੇਗੀ ਤਾਂ ਉਹਦੇ ਵਿੱਚ ਦੇਖੋ ਜਿਹੜੀ ਆਪਾਂ ਨੇ ਆਹ ਡਰਾਈਵ ਕੀਤੀ ਆ ਇਕੁਏਸ਼ਨਾਂ ਆਹ ਵਾਲੀਆਂ 2 and 3 ਇਕੁਏਸ਼ਨ ਨੰਬਰ 2 ਦੇ ਵਿੱਚੋਂ ਮੈਂ t ਦੀ ਵੈਲਿਊ ਨੂੰ ਫਾਈਂਡ ਕਰਾਂਗਾ ਆ ਦੇਖੋ ਇਕੁਏਸ਼ਨ 2 ਦੇ ਵਿੱਚੋਂ ਮੈਂ ਫਾਈਂਡ ਕੀਤੀ t ਦੀ ਵੈਲਿਊ ਜਿਹੜੀ t ਦੀ ਵੈਲਿਊ ਫਾਈਂਡ ਕੀਤੀ ਉਹਨੂੰ ਮੈਂ ਇਕੁਏਸ਼ਨ ਨੰਬਰ 3 ਦੇ ਵਿੱਚ ਸਬਸਟੀਟਿਊਟ ਕਰਾਂਗਾ ਜਿਹੜੀ ਆਪਣੀ ਆਹ ਵਾਲੀ ਸੀ ਇਸ ਵਾਰ ਇਹਨੂੰ ਸਬਸਟੀਟਿਊਟ ਕੀਤਾ ਤਾਂ ਮੇਰੇ ਕੋਲ ਇਕੁਏਸ਼ਨ ਬਣੀ this one y is equal to y0 plus vy into x minus x0 upon vx ਫਿਰ ਇਹਨੂੰ ਹੋਰ ਥੋੜਾ ਜਿਹਾ ਮੈਂ ਸਿੰਪਲੀਫਾਈ ਕੀਤਾ ਤਾਂ ਕੀ ਆਇਆ y is equal to y0 plus vx upon vy upon vx into x minus x0 ਹੁਣ ਜਦੋਂ ਮੈਂ ਇਸ ਇਕੁਏਸ਼ਨ ਨੂੰ ਕੰਪੇਅਰ ਕੀਤਾ ਕਿਹਦੇ ਨਾਲ ਦਿਸ ਇਕੁਏਸ਼ਨ ਨਾਲ
ਜਿਹੜੀ ਆ ਇਕੁਏਸ਼ਨ ਆ, ਇਹ ਇਕੁਏਸ਼ਨ ਹੈਗੀ ਆਪਣੀ ਇਕੁਏਸ਼ਨ ਆਫ ਸਟ੍ਰੇਟ ਲਾਈਨ। ਤੁਸੀਂ ਮੈਥ ਦੇ ਵਿੱਚੋਂ ਜਦੋਂ ਕੌਨਿਕ ਸੈਕਸ਼ਨ ਪੜ੍ਹੋਗੇ ਉਹਦੇ ਵਿੱਚ ਇਕੁਏਸ਼ਨਾਂ ਬਣਨਗੀਆਂ ਜਿਹੜੇ ਨਾਨ ਮੈਡੀਕਲ ਸਟੂਡੈਂਟਸ ਨੇ। ਸੋ ਇਹਦੇ ਵਿੱਚ ਜੋ ਆਪਣਾ m ਹੈ ਉਹ ਹੈ vy upon vx, x ਹੈ x minus x naught ਤੇ c ਹੈ y naught। ਸੋ ਜਿਹੜੀ ਆ ਇਕੁਏਸ਼ਨ ਦੱਸਦੀ ਆ ਉਹ ਕਿਹਦੀ ਆ, ਉਹ ਇੱਕ ਸਟ੍ਰੇਟ ਲਾਈਨ ਦੀ ਇਕੁਏਸ਼ਨ ਆ। ਸੋ ਜਿਹੜੀ ਆਪਣੀ ਡਾਇਗਰਾਮ ਬਣਾਈ ਸੀ ਇਹਦੇ ਵਿੱਚ ਆਹ ਵਾਲੀ, ਜਿਹੜਾ ਆਹ ਪਾਥ ਆ ਉਹ ਕਿਹਦਾ ਪਾਥ ਆ, ਸਟ੍ਰੇਟ ਲਾਈਨ ਦਾ। ਸੋ ਇੱਕ ਵਾਰ ਇਹਨੂੰ ਤੁਸੀਂ ਰਿਵਾਈਜ਼ ਕਰ ਲਿਓ ਸਾਰੀ ਵੀਡੀਓ ਨੂੰ, ਉੱਥੇ ਤੁਹਾਨੂੰ ਕਲੀਅਰਟੀ ਆ ਜਾਊਗਾ। ਇਹ ਸੀ ਮੋਸ਼ਨ ਇਨ ਪਲੇਨ ਵਿਦ ਯੂਨੀਫਾਰਮ ਵੈਲੋਸਿਟੀ। ਨੈਕਸਟ ਟੌਪਿਕ ਹੈ ਆਪਣਾ ਮੋਸ਼ਨ ਇਨ ਪਲੇਨ ਵਿਦ ਕੌਂਸਟੈਂਟ ਐਕਸਲਰੇਸ਼ਨ। ਪਹਿਲਾਂ ਆਪਾਂ ਨੇ ਯੂਨੀਫਾਰਮ ਵੈਲੋਸਿਟੀ ਪੜ੍ਹਿਆ ਸੀ ਕਿ ਯੂਨੀਫਾਰਮ ਵੈਲੋਸਿਟੀ ਦੇ ਵਿੱਚ ਮੋਸ਼ਨ ਪਲੇਨ ਆਪਾਂ ਕਿਵੇਂ ਫਾਈਂਡ ਕੀਤਾ। ਹੁਣ ਕੌਂਸਟੈਂਟ ਐਕਸਲਰੇਸ਼ਨ ਪਹਿਲਾਂ ਕੀ ਹੁੰਦੀ ਹੈ, ਕੌਂਸਟੈਂਟ ਐਕਸਲਰੇਸ਼ਨ ਕਹਿ ਲਓ ਜਾਂ ਯੂਨੀਫਾਰਮ ਐਕਸਲਰੇਸ਼ਨ ਕਹਿ ਲਓ। if its velocity vector suffer same change in same interval of time, ਮਤਲਬ ਉਹਦਾ ਜਿਹੜਾ velocity vector ਆ ਉਹ change ਹੋਵੇ, same ਹੋਵੇ in same interval of time, then we say that body is in uniform acceleration। ਆ definition ਲਿਖ ਲਿਓ, ਇੱਕ ਵਾਰ ਰਿਵਾਈਜ਼ ਕਰ ਲਿਓ। ਫਿਰ ਦੇਖੋ ਆਪਾਂ ਨੇ ਲੈਟ ਕਰ ਲਿਆ ਕਿ if v naught vector and v vector v ਦਾ velocity vector at time t is 0 and time t is equal to t respectively, ਫਿਰ definition ਲਾਈ acceleration ਦੀ। acceleration ਹੁੰਦਾ change in velocity upon time, ਮਤਲਬ ਫਾਈਨਲ ਦੇ ਵਿੱਚੋਂ ਜੇ initial velocity ਨੂੰ ਮੈਂ subtract ਕਰਾਂ v vector minus v naught vector upon time, t ਤੋਂ ਆਪਾਂ ਲੈ ਰਹੇ ਹਾਂ ਇੱਥੇ t time interval ਹੈ, t ਤੇ t ਇੱਕ 0 ਆ, ਉਹ ਵੈਲਿਊ ਪੁੱਟ ਕਰਤੀਆਂ ਮੈਂ। ਸੋ ਆਫਟਰ ਰੀਅਰੇਂਜਿੰਗ ਮੇਰੇ ਕੋਲ ਜਿਹੜਾ v ਵੈਕਟਰ ਆ ਉਹ ਕਿਹਦੇ ਇਕੁਅਲ ਆ ਗਿਆ, v naught ਵੈਕਟਰ ਪਲੱਸ a ਵੈਕਟਰ ਇਨਟੂ t। ਨੈਕਸਟ ਆਪਾਂ ਨੇ ਫਿਰ ਇਹਨਾਂ ਦੇ ਰੈਕਟੈਂਗੂਲਰ ਕੰਪੋਨੈਂਟ ਲਿਖ ਦੇਣੇ ਆ ਸਾਰਿਆਂ ਦੇ। ਰੈਕਟੈਂਗਲ ਕੰਪੋਨੈਂਟ ਲਿਖਣ ਤੋਂ ਬਾਅਦ ਫਿਰ ਮੈਂ ਕੀ ਕਰਾਂਗਾ, ਕੰਪੇਅਰ ਕਰਾਂਗਾ ਕੋਐਫੀਸ਼ੀਐਂਟ ਆਫ i cap and j cap on both sides of the equation। after comparing the coefficients we get vx is equal to vox plus axt and vy is equal to voy plus ayt। ਇਹ ਜਿਹੜੀਆਂ ਇਕੁਏਸ਼ਨ ਨੇ ਉਹ ਕਿਹਦੀਆਂ ਹੈ, ਰੈਕਟੈਂਗੂਲਰ ਕੰਪੋਨੈਂਟ ਨੇ ਵੈਲੋਸਿਟੀ ਦੀਆਂ ਆਫ ਆਬਜੈਕਟ ਜੋ ਮੂਵਿੰਗ ਕਰ ਰਹੀ ਹੈ ਵਿਦ ਯੂਨੀਫਾਰਮ ਐਕਸਲਰੇਸ਼ਨ ਨਾਲ। ਜਿਹੜੀ ਐਕਸਲਰੇਸ਼ਨ ਆ ਉਹ ਟਾਈਮ ਦੇ ਉੱਪਰ ਡਿਪੈਂਡ ਕਰਦੀ ਹੈ, ਮਤਲਬ ਜਿੰਨਾ ਟਾਈਮ ਵਧੀ ਜਾਊਗਾ ਉਸ ਹਿਸਾਬ ਨਾਲ ਉਹਦੀ ਐਕਸਲਰੇਸ਼ਨ ਚੇਂਜ ਹੁੰਦੀ ਜਾਊਗੀ। ਤੇ ਜਿਹੜਾ ਆਪਣੇ ਵੈਲੋਸਿਟੀ ਦੇ ਦੋ ਕੰਪੋਨੈਂਟ ਦੇਖਣ ਨੂੰ ਮਿਲਦੇ। ਹੁਣ ਇਹਦੇ ਵਿੱਚ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ। ਜਿਹੜੀਆਂ ਇਕੁਏਸ਼ਨ ਆਈਆਂ ਆਹ ਵਾਲੀ, ਇਹ ਸੇਮ ਆ ਜਿਹੜੀ ਆਪਾਂ ਨੇ ਆਪਾਂ ਤਿੰਨ ਇਕੁਏਸ਼ਨ ਮੋਸ਼ਨ ਪੜ੍ਹੀਆਂ ਸੀ, ਜਿਹਦੇ ਵਿੱਚ ਫਸਟ ਸੀ v is equal to u plus at। ਇਹ ਇਕੁਏਸ਼ਨ ਆਪਾਂ ਨੇ ਡਰਾਈਵ ਕੀਤੀ ਸੀ ਮੋਸ਼ਨ ਇਨ ਸਟ੍ਰੇਟ ਲਾਈਨ ਦੇ ਵਿੱਚ। ਪਰ ਜਦੋਂ ਆਪਾਂ ਮੋਸ਼ਨ ਇਨ ਪਲੇਨ ਦੇ ਵਿੱਚ ਪੜ੍ਹਦੇ ਹਾਂ ਤਾਂ ਆਪਾਂ ਨੂੰ ਉਹਨਾਂ ਦੇ ਦੋ ਕੰਪੋਨੈਂਟ ਦੇਖਣ ਨੂੰ ਮਿਲਦੇ ਆ। ਇੱਕ ਦੇਖਣ ਨੂੰ ਮਿਲਦਾ ਅਲੋਂਗ x ਐਕਸਿਸ, ਇੱਕ ਅਲੋਂਗ y ਐਕਸਿਸ। ਸੋ ਇਹ ਸੀ ਆਪਣਾ ਜਿਹੜਾ ਜਦੋਂ ਕੋਈ ਬੋਡੀ ਯੂਨੀਫਾਰਮ ਐਕਸਲਰੇਸ਼ਨ ਦੇ ਵਿੱਚ ਮੂਵ ਕਰਦੀ ਆ ਤਾਂ ਆਪਾਂ ਉਹਨਾਂ ਦੀ ਵੈਲੋਸਿਟੀ ਫਾਈਂਡ ਕਰ ਸਕਦੇ ਹਾਂ ਅਲੋਂਗ देयर x ਕੰਪੋਨੈਂਟ ਐਂਡ y ਕੰਪੋਨੈਂਟ, ਜਾਂ x ਐਕਸਿਸ ਦੇ ਅਲੋਂਗ ਜਾਂ y ਐਕਸਿਸ ਦੇ ਅਲੋਂਗ ਕਹਿ ਸਕਦੇ ਹਾਂ। ਸੋ ਇਹ ਤੋਂ ਬਾਅਦ ਨੈਕਸਟ ਆ ਜਾਂਦਾ ਇਹਦੇ ਵਿੱਚ ਡਿਸਪਲੇਸਮੈਂਟ ਆਫ ਪਾਰਟੀਕਲ। ਮਤਲਬ ਜਦੋਂ ਕੋਈ ਆਬਜੈਕਟ ਯੂਨੀਫਾਰਮ ਐਕਸਲਰੇਸ਼ਨ ਦੇ ਵਿੱਚ ਮੂਵ ਕਰਦਾ ਤਾਂ ਉਸ ਪਾਰਟੀਕਲ ਦੀ ਕਿੰਨੀ ਡਿਸਪਲੇਸਮੈਂਟ ਹੁੰਦੀ ਆ ਉਹਦੇ ਬਾਰੇ ਸਟੱਡੀ ਕਰਾਂਗੇ। ਆਪਣੇ ਲੈਟ ਕਰ ਲਿਆ ਕਿ r naught ਵੈਕਟਰ ਐਂਡ r ਵੈਕਟਰ v ਦਾ ਪੋਜੀਸ਼ਨ ਵੈਕਟਰ ਆਫ ਅ ਪਾਰਟੀਕਲ ਜਦੋਂ ਟਾਈਮ 0 ਆ ਐਂਡ ਟਾਈਮ ਹੈਗਾ t। ਤੇ ਵੈਲੋਸਿਟੀ ਵੈਕਟਰ ਆਪਣੇ ਲੈਟ ਕਰ ਲਿਆ ਕਿ v naught ਵੈਕਟਰ ਐਂਡ v ਦਾ ਵੈਲੋਸਿਟੀ ਆਫ ਦਾ ਪਾਰਟੀਕਲ ਜਦੋਂ ਟਾਈਮ t is equal to 0 ਐਂਡ ਟਾਈਮ is equal to t ਆ। ਉਸ ਤੋਂ ਬਾਅਦ ਨੈਕਸਟ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਐਵਰੇਜ ਵੈਲੋਸਿਟੀ ਦਾ ਫਾਰਮੂਲਾ ਲਾਇਆ।
change in displacement upon time, r vector minus r naught vector upon t minus 0। ਸੋ ਇਹਨਾਂ ਨੂੰ ਕ੍ਰਾਸ ਮਲਟੀਪਲਾਈ ਕਰਨ ਤੋਂ ਬਾਅਦ ਆਪਣੇ ਕੋਲ r ਵੈਕਟਰ ਕਿਹਦੇ ਬਰਾਬਰ ਆ ਗਿਆ, r naught ਵੈਕਟਰ ਪਲੱਸ ਵੈਲੋਸਿਟੀ ਵੈਕਟਰ ਐਵਰੇਜ ਦਾ ਇਨਟੂ t। ਇਹਦੇ ਵਿੱਚ ਆਪਾਂ ਨੇ ਦੋ ਤਰ੍ਹਾਂ ਦੀ ਡੈਫੀਨੇਸ਼ਨ ਪੜ੍ਹੀਆਂ ਸੀ ਐਵਰੇਜ ਵੈਲੋਸਿਟੀ ਦੀ। ਇੱਕ ਤਾਂ ਆਪਾਂ ਨੇ ਆਹ ਉੱਪਰ ਵਾਲੇ ਲਿਖੀ ਹੈ, ਦੂਜਾ ਹੁੰਦਾ ਹੈ ਜੇ ਆਪਾਂ ਇਨੀਸ਼ੀਅਲ ਵੈਲੋਸਿਟੀ ਪਲੱਸ ਫਾਈਨਲ ਵੈਲੋਸਿਟੀ ਦਾ ਸਮ ਕਰ ਦਈਏ, ਫਾਈਨਲ ਵੈਲੋਸਿਟੀ ਕਹ ਲਓ ਜਾਂ ਇਨੀਸ਼ੀਅਲ ਵੈਲੋਸਿਟੀ ਦਾ ਸਮ, ਉਹਨੂੰ ਦੋ ਨਾਲ ਡਿਵਾਈਡ ਕਰ ਦਈਏ, ਦੈਨ ਵੀ ਗੈਟ ਐਵਰੇਜ ਵੈਲੋਸਿਟੀ। ਜੋ ਆਹ ਫਾਰਮੂਲਾ ਲਿਖਿਆ ਹੋਇਆ ਮੈਂ ਇਹ ਐਵਰੇਜ ਦਾ ਫਾਰਮੂਲਾ ਇਸ ਦੇ ਵਿੱਚ ਸਬਸਟੀਟਿਊਟ ਕਰਾਂਗਾ। ਸਬਸਟੀਟਿਊਟ ਕੀਤਾ ਤਾਂ ਬਣ ਗਿਆ ਇਕੁਏਸ਼ਨ। ਫਿਰ ਆਪਾਂ ਹੁਣੇ ਹੀ ਪੜ੍ਹ ਕੇ ਹਟੇ ਆ ਫਸਟ ਇਕੁਏਸ਼ਨ ਮੋਸ਼ਨ ਕੀ ਹੁੰਦੀ ਆ, v ਵੈਕਟਰ ਇਜ਼ ਇਕੁਅਲ ਟੂ v naught ਵੈਕਟਰ ਪਲੱਸ a ਵੈਕਟਰ ਇਨਟੂ t। ਇਹ v ਵੈਕਟਰ ਦੀ ਵੈਲਿਊ ਮੈਂ ਇਹਦੇ ਵਿੱਚ ਪੁੱਟ ਕਰਦਾ, ਪੁੱਟ ਕਰਨ ਤੋਂ ਬਾਅਦ ਮੇਰੇ ਕੋਲ ਆਹ ਇਕੁਏਸ਼ਨ ਆਊਗੀ। ਬਾਕੀ ਦਾ ਮਲਟੀਪਲੀਕੇਸ਼ਨ ਆ ਸਿੰਪਲ, ਤੁਸੀਂ ਦੇਖ ਵੀ ਸਕਦੇ ਹੋ ਕਿਵੇਂ ਸਟੈਪ ਹੋਇਆ। ਇੱਕ ਵਾਰ ਇਹਨੂੰ ਵੀਡੀਓ ਨੂੰ ਸਟਾਪ ਕਰੋਗੇ ਤਾਂ ਤੁਸੀਂ ਇਹਨੂੰ ਕਲੀਅਰਲੀ ਦੇਖ ਸਕੋਗੇ। ਜਿਹੜੀ ਆਹ ਇਕੁਏਸ਼ਨ ਆਈ ਆਪਣੀ, ਇਹਨੂੰ ਤੁਸੀਂ ਕੰਪੇਅਰ ਕਰੋ ਜਿਹੜੀ ਆਪਾਂ ਨੇ ਆਹ ਕੀਤੀ ਸੀ ਸੈਕੰਡ ਇਕੁਏਸ਼ਨ ਮੋਸ਼ਨ, s is equal to ut plus half at square। ਹੁਣ ਜਿਹੜਾ s ਆ, s ਹੁੰਦਾ ਡਿਸਪਲੇਸਮੈਂਟ। ਡਿਸਪਲੇਸਮੈਂਟ ਕਿਵੇਂ ਨਿਕਲਦੀ ਆ, ਆਹ ਪੋਜੀਸ਼ਨਾਂ ਨੇ, ਆਹ ਦੋ ਪੋਜੀਸ਼ਨ ਵੈਕਟਰ ਨੇ, ਜੇ ਇਹਨਾਂ ਨੂੰ ਆਪਾਂ ਸਬਟਰੈਕਟ ਕਰਾਂਗੇ ਤਾਂ ਆਪਣਾ ਡਿਸਪਲੇਸਮੈਂਟ ਵੈਕਟਰ ਨਿਕਲਿਆ ਆਊਗਾ। ਆਹ u t ਆ ਗਿਆ, ਜੋ ਇੱਧਰ ਹੈਗਾ v ਵੈਕਟਰ ਇਨਟੂ t, ਤੇ ਆਹ ਆ ਗਿਆ ਆਪਣਾ ਹਾਫ at ਸਕੁਅਰ। ਸੋ ਜਿਹੜੀ ਆਹ ਇਕੁਏਸ਼ਨ ਬਣੀ ਇਨ ਕੈਲੋ ਪਲੇਨ ਦੇ ਵਿੱਚ, ਉਹ ਸੈਕੰਡ ਇਕੁਏਸ਼ਨ ਮੋਸ਼ਨ ਆ ਹੈ। ਸੋ ਇਹਦੇ ਵਿੱਚ ਲਾਸਟ ਆਪਣਾ ਹੀ ਆ, ਇੱਕ ਵਾਰ ਇਸ ਵੀਡੀਓ ਨੂੰ ਰਿਵਾਈਜ਼ ਕਰਕੇ ਦੇਖੋਗੇ ਤਾਂ ਕਲੀਅਰਟੀ ਆਊਗੀ। ਸੋ ਇਸ ਟੌਪਿਕ ਆਪਣਾ ਮੋਸ਼ਨ ਇਨ ਪਲੇਨ ਵਿਦ constant acceleration। Next topic and last topic of today is uniform circular motion। ਬਹੁਤ ਸੌਖਾ ਤੇ ਛੋਟਾ ਟੌਪਿਕ ਹੈ ਇਹ। ਯੂਨੀਫਾਰਮ ਸਰਕੂਲਰ ਮੋਸ਼ਨ ਕੀ ਹੁੰਦਾ ਹੈ ਕਿ ਜਦੋਂ ਕੋਈ ਪਾਰਟੀਕਲ ਇੱਕ ਸਰਕੂਲਰ ਪਾਥ ਦੇ ਵਿੱਚ constant speed ਨਾਲ ਮੂਵ ਕਰੇ, then we say that that motion is called uniform circular motion। ਹੁਣ ਆਹ ਦੇਖੋ, ਇਹਦੇ ਵਿੱਚ ਕੁਝ ਐਗਜ਼ਾਮਪਲਾਂ ਮੈਂ ਲਿਖੀਆਂ ਹੋਈਆਂ, ਜਿਵੇਂ ਮੋਸ਼ਨ ਆਫ ਅ ਟਿਪ ਆਫ ਅ ਸੈਕੰਡ ਹੈਂਡ ਆਫ ਅ ਕਲੌਕ। ਜਿਹੜੀ ਘੜੀ ਹੁੰਦੀ ਆ, ਘੜੀ ਦੀ ਜਿਹੜੀ ਸੈਕੰਡ ਹੈਂਡ ਆ, ਉਹਦੀ ਜਿਹੜੀ ਸੂਈ ਆ, ਟਿਪ ਆ, ਉਹ ਕੀ ਦੱਸਦੀ ਆ ਆਪਾਂ ਨੂੰ, ਮੋਸ਼ਨ ਇਨ ਸਰਕੂਲਰ ਮੋਸ਼ਨ ਦੀ ਐਗਜ਼ਾਮਪਲ ਆ। ਮੋਸ਼ਨ ਆਫ ਫੈਨ, ਮੋਸ਼ਨ ਆਫ ਫਲਾਈ ਵੀਲ ਅਰਾਊਂਡ ਦਾ ਐਕਸਲ। ਮੋਸ਼ਨ ਆਫ ਫਲਾਈ ਵੀਲ ਹੋ ਗਿਆ, ਜਿਹੜਾ ਚੱਕਾ ਹੁੰਦਾ ਐਕਸਲ ਦੇ ਆਲੇ ਦੁਆਲੇ ਘੁੰਮਦਾ। ਇਹ ਕੁਝ ਐਗਜ਼ਾਮਪਲਾਂ ਨੇ ਸਰਕੂਲਰ ਮੋਸ਼ਨ ਦੀਆਂ। ਇਹਦੇ ਵਿੱਚ ਜਿਹੜਾ ਮੇਨ ਕੁਐਸਚਨ ਬਣਦਾ ਹੈ ਉਹ ਆਏ, ਇਸ ਤਰ੍ਹਾਂ ਪੁੱਛ ਸਕਦਾ ਕਿ ਜਸਟੀਫਾਈ ਦੈਟ ਅ ਯੂਨੀਫਾਰਮ ਸਰਕੂਲਰ ਮੋਸ਼ਨ ਇਜ਼ ਐਨ ਐਕਸਲਰੇਟਡ ਮੋਸ਼ਨ। ਜਿਹੜਾ ਯੂਨੀਫਾਰਮ ਸਰਕੂਲਰ ਮੋਸ਼ਨ ਹੁੰਦਾ ਹੈ ਉਹਨੂੰ ਆਪਾਂ ਐਕਸਲਰੇਟਡ ਮੋਸ਼ਨ ਕਾਹਤੇ ਕਹਿੰਦੇ ਹਾਂ, ਇਹਨੂੰ ਜਸਟੀਫਾਈ ਕਰਕੇ ਦਿਖਾਓ। ਸੋ ਇਹਦੇ ਵਾਸਤੇ ਮੈਂ ਡਾਇਗਰਾਮ ਬਣਾਈ ਹੈ ਰਾਈਟ ਸਾਈਡ ਸਰਕੂਲਰ ਮੋਸ਼ਨ, ਉਹ ਇਹਦਾ ਓਰੀਜਨ ਆ। ਉੱਥੋਂ ਜਿਹੜਾ ਆਰ ਵੈਕਟਰ ਜਿਹੜੇ ਗ੍ਰੀਨ ਸਰਕਲ ਦੇ ਅੰਦਰ ਬਣੇ ਹੋਏ, ਸੌਰੀ ਬਲੂ ਜਿਹੜੇ ਬਣੇ ਹੋਏ ਆ ਸਰਕਲ ਦੇ ਅੰਦਰ, ਉਹ ਹੈਗੇ ਆ ਉਹਦੇ ਰੇਡੀਅਸ ਵੈਕਟਰ। ਤੇ ਜਿਹੜਾ ਮੈਂ ਯੈਲੋ ਰੰਗ ਦਾ ਇੱਥੇ ਸ਼ੋ ਕੀਤਾ ਹੋਇਆ ਐਰੋ, ਉਹ ਮੈਨੂੰ ਦੱਸਦਾ ਹੈ ਹਰੇਕ ਪੁਆਇੰਟ ਦੇ ਉੱਪਰ ਉਹਨਾਂ ਦੀ ਵੈਲੋਸਿਟੀ ਦਾ ਵੈਕਟਰ ਰਿਪਰੈਜ਼ੈਂਟ ਕਰਦਾ ਹੈ। ਸੋ ਇਹਦੇ ਵਿੱਚ ਯੂਨੀਫਾਰਮ ਸਰਕੂਲਰ ਮੋਸ਼ਨ ਦੇ ਵਿੱਚ ਜਿਹੜੀ ਸਪੀਡ ਆ ਉਹ ਕਾਂਸਟੈਂਟ ਰਹਿੰਦੀ ਹੈ, ਸਪੀਡ ਨਹੀਂ ਬਦਲਦੀ। ਬਟ ਜਿਹੜੀ ਬੋਡੀ ਆ ਉਹਦਾ ਜਿਹੜਾ ਡਾਇਰੈਕਸ਼ਨ ਆ ਮੋਸ਼ਨ ਦਾ, ਮੋਸ਼ਨ ਆਫ ਡਾਇਰੈਕਸ਼ਨ ਇਨ ਅ ਸਰਕੂਲਰ ਮੋਸ਼ਨ ਵੀ ਸੇ ਦੈਟ, ਉਹ ਕੀ ਹੁੰਦਾ ਰਹਿੰਦਾ, ਚੇਂਜ ਹੁੰਦਾ ਰਹਿੰਦਾ। ਜਦੋਂ ਮੋਸ਼ਨ ਚੇਂਜ ਹੁੰਦਾ ਹੈ, ਮੋਸ਼ਨ ਦੀ ਡਾਇਰੈਕਸ਼ਨ ਚੇਂਜ ਹੁੰਦੀ ਆ ਐਟ ਐਵਰੀ ਪੁਆਇੰਟ, then we say that ਅੱਗੇ ਲਿਖਿਆ ਹੋਇਆ ਮੈਂ, but the direction of motion change at every point, so its velocity vector is different at every point। so ਜਿਹੜਾ ਦਾ velocity vector ਵੀ ਹੋਊਗਾ ਉਹ ਵੀ ਕੀ ਹੋਵੇਗਾ, ਡਿਫਰੈਂਟ ਹੋਵੇਗਾ। ਬਿਕੋਜ਼ ਵੀ ਨੋ ਦੈਟ ਜਿਹੜਾ velocity ਆ ਉਹ ਦੋ ਚੀਜ਼ਾਂ ਤੋਂ ਮਿਲ ਕੇ ਬਣਦੀ ਹੈ, ਇੱਕ ਹੁੰਦਾ ਮੈਗਨੀਟਿਊਡ, ਇੱਕ ਹੁੰਦਾ ਹੈ ਡਾਇਰੈਕਸ਼ਨ।
ਜਿਹੜਾ ਸਪੀਡ ਹੁੰਦਾ ਉਹ ਤਾਂ ਸਿਰਫ ਮੈਗਨੀਟਿਊਡ ਹੁੰਦਾ ਹੈ। ਆਪਾਂ ਨੇ ਗੱਲ ਕੀਤੀ ਆ ਸਰਕੂਲਰ ਮੋਸ਼ਨ ਦੇ ਵਿੱਚ the speed is constant, ਮਤਲਬ ਉਹਦਾ ਮੈਗਨੀਟਿਊਡ ਕਾਂਸਟੈਂਟ ਰਹਿੰਦਾ। ਵੈਲੋਸਿਟੀ ਦੇ ਵਿੱਚ ਮੈਗਨੀਟਿਊਡ ਵੀ ਹੁੰਦਾ, ਵੈਲੋਸਿਟੀ ਅਤੇ ਸਪੀਡ ਦਾ ਮੈਗਨੀਟਿਊਡ ਸੇਮ ਆ ਦੋਨਾਂ ਦੇ ਵਿੱਚ, ਬਟ ਡਿਫਰੈਂਸ ਕੀ ਆ, ਜਦੋਂ ਉਹ ਸਰਕੂਲਰ ਪਾਥ ਦੇ ਵਿੱਚ ਮੂਵ ਕਰ ਰਿਹਾ ਹੁੰਦਾ ਹੈ ਪਾਰਟੀਕਲ ਜਾਂ ਕੋਈ ਆਬਜੈਕਟ, ਤਾਂ ਉਹਦੀ ਡਾਇਰੈਕਸ਼ਨ ਚੇਂਜ ਹੁੰਦੀ ਰਹਿੰਦੀ। ਸੋ ਜਦੋਂ ਡਾਇਰੈਕਸ਼ਨ ਚੇਂਜ ਹੁੰਦੀ ਆ ਤਾਂ ਵੈਲੋਸਿਟੀ ਚੇਂਜ ਹੋ ਜਾਂਦੀ ਹੈ। ਸੋ ਇੱਥੋਂ ਆਪਾਂ ਕਹਿ ਸਕਦੇ ਹਾਂ ਐਟ ਈਚ ਪੁਆਇੰਟ ਜਿਹੜੀ ਵੈਲੋਸਿਟੀ ਆ ਉਹ ਚੇਂਜ ਹੋ ਰਹੀ ਆ, ਤੇ ਈਚ ਪੋਜੀਸ਼ਨ ਦੇ ਉੱਪਰ ਜਿਹੜੀ ਵੈਲੋਸਿਟੀ ਵੈਕਟਰ ਆ ਦੇਖੋ ਆ ਡਾਇਗਰਾਮ ਦੇ ਵਿੱਚ ਜਿਹੜਾ ਵੈਲੋਸਿਟੀ ਵੈਕਟਰ ਆ, ਜਿਹੜਾ ਆਪਾਂ ਯੈਲੋ ਕਲਰ ਨਾਲ ਸ਼ੋ ਕੀਤਾ ਹੋਇਆ ਹੈ, ਉਹ ਪਰਪੈਂਡੀਕੂਲਰ ਹੋਊਗਾ ਇਹਦੇ ਪੋਜੀਸ਼ਨ ਵੈਕਟਰ, ਜਿਹਨੂੰ ਆਪਾਂ ਰੇਡੀਅਸ ਵੈਕਟਰ ਕਿਹਾ ਹੋਇਆ। ਜਿਹੜਾ ਆਰ ਬਲੂ ਰੰਗ ਦਾ ਉਹ ਰੇਡੀਅਸ ਵੈਕਟਰ ਆ, ਤੇ ਜਿਹੜਾ ਯੈਲੋ ਆ ਉਹ ਹੈਗਾ ਇਹਦਾ ਵੈਲੋਸਿਟੀ ਵੈਕਟਰ। ਇੱਕ ਦੂਜੇ ਦੇ ਕੀ ਹੋਣਗੇ, ਇਹ ਪਰਪੈਂਡੀਕੂਲਰ ਹੋਣਗੇ। ਸੋ ਵੀ ਇਹਦੇ ਵਿੱਚ ਲਾਸਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਦੋਂ ਵੈਲੋਸਿਟੀ ਚੇਂਜ ਹੋਊਗੀ ਤਾਂ ਆਪਾਂ ਕਹਾਂਗੇ ਕਿ ਜਿਹੜਾ ਯੂਨੀਫਾਰਮ ਸਰਕੂਲਰ ਮੋਸ਼ਨ ਆ ਉਹ ਕਿਹੜਾ ਮੋਸ਼ਨ ਹੁੰਦਾ ਹੈ, ਐਕਸਲੇਟਡ ਮੋਸ਼ਨ। ਸੋ ਥੈਂਕਸ ਫॉर वाचिंग माय वीडियो।